करो किश मेहर उपावो, डुबदे पत्थर तारे। जीड़ा अगन बराबर तपे, भीतर वगै काती। प्रणवत नानक हुक्म पछाणे, सुख होवे दिन राती। सतनाम श्री वाहिगुरु साहिब जीओ। सोही महला पंजवा। बहती जात कदे दृष्ट न धारत, मिथ्या मोह बंदे नित पारच। बहती जात कदे दृष्ट न धारत, मिथ्या मोह बंदे नित पारच। माधवे भज दिन नित रैणी, जन्म पदार्थ जीत हर शरणी रहाओ। करत बिकार दो कर चारत, राम रतन रिद तिल नहीं तरत। भरण पोखण संग औद बिहाणी, जय जगदीश की गत नहीं जानी। शरण समरथ अगोचर स्वामी, उदर नानक प्रभ अंतर जामी। शरण समरथ अगोचर स्वामी, उदर नानक प्रभ अंतर जामी। वाहिगुरु जी का खालसा, वाहिगुरु जी की फतेह। परम सन्मानयोग गुरु गरीब निवाज बख्शंद पिता धन धन साहिब श्री गुरु ग्रंथ साहिब महाराज जीओ। आप जियां दे पावन दर ते बेनतियां रजोइयां दर प्रवान करनियां। सतगुरां ने कृपा कीती है, पावन बाणी दे विचों पावन हुक्म दी दात बख्शिश कीती है। पावन शब्द धन गुरु अर्जन साहिब सच्चे पातशाह जी वल्लों उच्चारण कीता होया। सोही राग दे अंदर धन गुरु ग्रंथ साहिब महाराज जी दे पावन अंक 743 उपर सुभाएमान है। शब्द दे राही सतगुरु सच्चे पातशाह जी ने बहुत ही खूबसूरत विचार दे के सानू सबना नू सही मार्ग दे उपर तोरिया है। शब्द दा रहाओ दा बंद है, जिहदे विच सतगुरु जी कहंदे आ माधवे भज दिन नित रैणी। इत्थे माधवे शब्द परमात्मा अकाल पुरख वास्ते वरतिया है। भज शब्द ओदी बंदगी इबादत सिफत वास्ते वरतिया है। नाल ही दिन नित रैणी कहन लगे परमात्मा अकाल पुरख नू चेते कर ते चेते भी हमेशा करिया कर। दिन नित रैणी भाव की दिन रात तेरी मानसिकता दे अंदर तेरे चित दे अंदर वो परमात्मा अकाल पुरख जिहड़ा है वो टिकिया रहना चाहिदा है। जदों इस तरीके दे नाल हमेशा ही चंगी विचार नू अपने मन दे अंदर टिका के रखेगा, हमेशा ही रब दी सिफत ते सलाह ओदे परोपकार ओदे गुण तेरे मन दे अंदर टिके हुए ते नाल ही सतगुरु ने कह दिता जन्म पदार्थ जीत हर शरणी। तू अपने जन्म दे कीमती पदार्थ नू जित जाएगा, भाव की जीवन दे अंदर सफल हो जाएगा। जदों आपां गुरु ग्रंथ साहिब जी दी पावन बाणी पढ़दे हां, धन गुरु नानक साहिब सच्चे पातशाह जी ने
ਆਸਾ ਕੀ ਵਾਰ ਦੀ ਪਾਵਨ ਬਾਣੀ ਦੇ ਅੰਦਰ ਇੱਕ ਪੌੜੀ ਦੇ ਵਿੱਚ ਬੜੀ ਕਮਾਲ ਦੀ ਗੱਲ ਕੀਤੀ ਹੈ। ਇਸੇ ਵਿਚਾਰ ਦੇ ਮੁਤਾਬਕ ਸਤਿਗੁਰੂ ਕਹਿਣ ਲੱਗੇ, ਜਿਤ ਸੇਵੀਏ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ। ਇੱਥੇ ਕਿਆ ਆਪਣੀ ਜ਼ਿੰਦਗੀ ਦੀ ਬਾਜੀ ਜਿੱਤ ਜਾਏਗਾ, ਭਾਵ ਕਿ ਆਪਣੇ ਜੀਵਨ ਨੂੰ ਸਫਲ ਕਰ ਲਏਗਾ। ਉੱਥੇ ਵੀ ਸਫਲਤਾ ਦੀ ਗੱਲ ਕੀਤੀ ਹੈ। ਕਹਿਣ ਲੱਗੇ, ਜਿਤ ਸੇਵੀਏ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ। ਜਿਸ ਪਰਮਾਤਮਾ ਨੂੰ ਚੇਤੇ ਕਰਨ ਦੇ ਨਾਲ, ਜਿਹਦੇ ਗੁਣਾਂ ਦੀ ਵਿਚਾਰ ਕਰਨ ਦੇ ਨਾਲ, ਜਿਹਦੇ ਗੁਣਾਂ ਨੂੰ ਆਪਣੇ ਹਿਰਦੇ ਦੇ ਅੰਦਰ ਟਿਕਾਉਣ ਦੇ ਨਾਲ ਜੀਵਨ ਦੇ ਅੰਦਰ ਸੁਖ ਮਿਲਦਾ ਹੈ, ਸੁਖ ਪ੍ਰਾਪਤ ਹੁੰਦੇ। ਸੋ ਸਾਹਿਬ ਸਦਾ ਸੰਭਾਲੀਏ। ਕਹਿਣ ਲੱਗੇ, ਐਸੇ ਮਾਲਕ ਨੂੰ ਹਮੇਸ਼ਾ ਚੇਤੇ ਕਰਦੇ ਰਹਿਣਾ ਚਾਹੀਦਾ ਹੈ। ਹਮੇਸ਼ਾ ਉਹਦੇ ਗੁਣਾਂ ਨੂੰ, ਉਹਦੇ ਪਰਉਪਕਾਰਾਂ ਦੀ ਬਾਤ, ਉਹਦੀ ਸਿਫਤ ਦੀ ਜਿਹੜੀ ਗੱਲ ਹੈ, ਉਹ ਜੀਵਨ ਦੇ ਅੰਦਰ ਹਮੇਸ਼ਾ ਚਿਤਾਰਨੀ ਇਨਸਾਨ ਦੇ ਭਲੇ ਦੀ ਬਾਤ ਹੈ। ਸੋ ਸਾਹਿਬ ਸਦਾ ਸੰਭਾਲੀਏ। ਅੱਗੇ ਕਿਆ, ਜਿਤ ਕੀਤਾ ਪਾਈਏ ਆਪਣਾ, ਸਾਕਾਲ ਬੁਰੀ ਕਿਉਂ ਘਾਲੀਏ। ਕਹਿਣ ਲੱਗੇ, ਜੀਵਨ ਦੇ ਅੰਦਰ ਜੋ ਕਰਾਂਗੇ ਉਹ ਸਾਨੂੰ ਅੱਗੇ ਆਉਣ ਵਾਲੇ ਸਮੇਂ ਦੇ ਅੰਦਰ ਸੁੱਖ ਤੇ ਦੁੱਖ ਦੇ ਰੂਪ ਦੇ ਵਿੱਚ ਨਸੀਬ ਹੋਵੇਗਾ। ਚੰਗਾ ਕਰਾਂਗੇ ਸੁੱਖ ਆਵੇਗਾ, ਮਾੜਾ ਕਰਾਂਗੇ ਦੁੱਖ ਆਵੇਗਾ। ਜਿਹਨੂੰ ਸਤਿਗੁਰੂ ਦੀ ਪਾਵਨ ਬਾਣੀ ਨੇ ਬੜੇ ਹੀ ਸਹੀ ਸ਼ਬਦਾਂ ਦੇ ਵਿੱਚ ਇੱਕ ਲੜੀ ਦੇ ਵਿੱਚ ਪਰੋ ਕੇ ਸਾਡੇ ਸਾਹਮਣੇ ਰੱਖ ਦਿੱਤਾ ਕਿ ਬੰਦਾ ਜਿਹੋ ਜਿਹਾ ਧਰਤੀ ਦੇ ਅੰਦਰ ਬੀਜ ਪਾਉਂਦਾ ਏ, ਉਹੋ ਜਿਹਾ ਵੱਢ ਲੈਂਦੇ। ਬਿਲਕੁਲ ਇਸੇ ਤਰੀਕੇ ਦੇ ਨਾਲ ਆ ਸਰੀਰ ਰੂਪੀ ਧਰਤੀ ਦੇ ਅੰਦਰ ਜਿਹੋ ਜਿਹੇ ਕਰਮਾਂ ਦਾ ਬੀਜ ਪਾਏਗਾ, ਉਹੋ ਜਿਹਾ ਇਸ ਨੂੰ ਫਲ ਮਿਲ ਜਾਵੇਗਾ। ਜਿਤ ਕੀਤਾ ਪਾਈਏ ਆਪਣਾ, ਸਾਕਾਲ ਬੁਰੀ ਕਿਉਂ ਘਾਲੀਏ। ਸਪਰਸ਼ ਸ਼ਬਦ ਵਰਤਿਆ ਕਿ ਆਪਣਾ ਕੀਤਾ ਹੋਇਆ, ਆਪਣੇ ਵੱਲੋਂ ਕੀਤੇ ਹੋਏ ਕਰਮ ਅੱਗੇ ਆਉਣ ਵਾਲੇ ਸਮੇਂ ਦੇ ਅੰਦਰ ਤੇਰੇ ਸਾਹਮਣੇ ਦੁੱਖ ਤੇ ਸੁੱਖ ਦਾ ਰੂਪ ਲੈ ਕੇ ਆਉਣਗੇ। ਚੰਗਾ ਕਰੇਗਾ ਸੁੱਖ ਹੈ, ਮਾੜਾ ਕਰੇਗਾ ਬੁਰਾ ਕਰੇਗਾ, ਦੁੱਖ ਹੈ, ਮੰਦਾ ਹੀ ਮੰਦਾ ਜ਼ਿੰਦਗੀ ਦੇ ਅੰਦਰ ਹੋਏਗਾ। ਸਾਕਾਲ ਬੁਰੀ ਕਿਉਂ ਘਾਲੀਏ। ਘਾਲ ਕਹਿੰਦੇ ਨੇ ਕੰਮ ਨੂੰ, ਮਿਹਨਤ ਮਸ਼ੱਕਤ ਕਿਉਂ ਬੁਰੇ ਪਾਸੇ ਮਿਹਨਤ ਕਰਨੀ ਹੈ, ਮਸ਼ੱਕਤ ਕਰਨੀ। ਐਸੀ ਕਲਾ ਨ ਖੇਡੀਏ, ਜਿਤ ਦਰਗਾਹ ਗਿਆ ਹਾਰੀਏ। ਕਹਿਣ ਲੱਗੇ, ਜੀਵਨ ਦੇ ਅੰਦਰ ਕਦੇ ਵੀ ਐਸੀ ਕਲਾ, ਭਾਵ ਕਿ ਐਸੀ ਬਾਜੀ ਨਹੀਂ ਖੇਡਣੀ ਚਾਹੀਦੀ ਜਿਸ ਬਾਜੀ ਨੂੰ ਖੇਡ ਕੇ ਜੀਵਨ ਦੇ ਅੰਦਰ ਇਨਸਾਨ ਨੂੰ ਹਾਰ ਹੀ ਨਸੀਬ ਹੋਵੇ, ਨਮੋਸ਼ੀ ਹੀ ਮਿਲੇ, ਇੱਜ਼ਤ ਨਾ ਮਿਲ ਸਕੇ, ਮਾਣ ਸਨਮਾਨ ਸਤਿਕਾਰ ਬੰਦੇ ਦਾ ਕਾਇਮ ਹੀ ਨਾ ਰਹਿ ਸਕੇ। ਉਹ ਖੇਡ ਖੇਡਣ ਦਾ ਹੀ ਕੀ ਲਾਭ ਹੈ। ਇਸ ਕਰਕੇ ਖੇਡ ਤਾਂ ਉਹ ਖੇਡਣੀ ਚਾਹੀਦੀ ਹੈ ਜਿਸ ਖੇਡ ਨੂੰ ਖੇਡ ਕੇ ਮਾਣ ਸਨਮਾਨ ਸਤਿਕਾਰ ਬੰਦੇ ਦਾ ਕਾਇਮ ਰਹਿ ਸਕੇ। ਬੰਦਾ ਮਾਣ ਦੇ ਨਾਲ ਛਾਤੀ ਚੌੜੀ ਕਰਕੇ ਦੁਨੀਆ ਦੇ ਅੰਦਰ ਆਪਣੇ ਜੀਵਨ ਨੂੰ ਜੀ ਸਕੇ। ਜੀਵਨ ਇਹੋ ਜਿਹਾ ਬਣਨਾ ਚਾਹੀਦਾ ਹੈ। ਇਹ ਨਾ ਹੋਵੇ ਕਿ ਮਾੜੇ ਕਰਮ ਕਰ ਕਰਕੇ ਬੰਦਾ ਥਾਂ ਥਾਂ ਦੇ ਉੱਪਰ ਬੇਇੱਜ਼ਤੀ ਹੁੰਦਾ ਰਹੇ। ऐसी कला न खेडिए जित दरगह गया हारीए, जो साहिब नाल न हारीए। कहन लगे अपने जीवन दे अंदर हमेशा परमात्मा अकाल पुरख नूं चेते रखना चाहिए, हमेशा इज्जत बनी रहेगी, जिंदगी दी बारी जित जावेगा, अपने जीवन दे इस पदार्थ नूं सफल कर लवेगा। सतगुरु ने आख्या जन्म पदार्थ जीत हर शरणी, अपने जन्म दे इस पदार्थ नूं इस मौके नूं जित के मालिक दी शरण दे विच टिक जाएगा, तेरा जीवन सन्मान योग हो जाएगा। शब्द दा पहला बंद जिहदे विच धन गुरु अर्जन साहिब जी ने गल कीती, कहन लगे बहती जात कदे दृष्ट न धारत। ये गल पक्की है, साडे कोल समा घट है, मंजिल अजे बहुत दूर है।
ਤੇ ਸਮਾਂ ਜਿਹੜਾ ਸਾਨੂੰ ਮਿਲਿਆ ਹੈ ਉਹ ਬਹੁਤ ਜਲਦੀ ਲੰਘਦਾ ਜਾ ਰਿਹਾ, ਬੜੀ ਜਲਦੀ ਬਤੀਤ ਹੁੰਦਾ ਜਾ ਰਿਹਾ। ਫਿਰ ਵੀ ਬੰਦੇ ਨੂੰ ਸਮਝ ਨਹੀਂ ਆ ਰਹੀ, ਬੰਦਾ ਸਮਝ ਕੇ ਜੀਵਨ ਨਹੀਂ ਬਤੀਤ ਕਰ ਰਿਹਾ, ਅਵੇਸਲਾ ਹੋ ਕੇ ਹੀ, ਝੱਲਾ ਬਣ ਕੇ ਹੀ ਆਪਣੇ ਜੀਵਨ ਨੂੰ ਬਤੀਤ ਕਰ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅੰਦਰ ਭਗਤ ਰਵਿਦਾਸ ਜੀ ਨੇ ਸ਼ਬਦ ਵਰਤਿਆ। ਉਹ ਕਹਿਣ ਲੱਗੇ, ਜੋ ਦਿਨ ਆਵਾ ਸੋ ਦਿਨ ਜਾਹੀ, ਕਰਨਾ ਕੂਚ ਰਹਿਨ ਥਿਰ ਨਾਹੀ, ਸੰਗ ਚਲਤ ਹੈ ਹੰਪੀ ਚਲਨਾ ਦੂਰ ਗਵਨ, ਮੰਜ਼ਿਲ ਜੇ ਬੜੀ ਦੂਰ ਹੈ, ਸਿਰ ਉੱਪਰ ਮਰਨਾ, ਮੰਜ਼ਿਲ ਦੂਰ ਹੈ, ਸਮਾਂ ਸਾਡੇ ਕੋਲ ਬਹੁਤ ਘੱਟ ਹੈ, ਬਹੁਤ ਸੀਮਤ ਹੈ, ਮੌਤ ਸਿਰ ਦੇ ਉੱਪਰ ਨਿਤ ਮੰਡਰਾ ਰਹੀ ਹੈ। ਇਸ ਕਰਕੇ ਜੇਕਰ ਤੈਨੂੰ ਸਮਝ ਆ ਰਹੀ ਹੈ, ਜੇਕਰ ਤੇਰੇ ਕੋਲ ਜੀਵਨ ਦੇ ਅੰਦਰ ਕੋਈ ਚੰਗੀ ਸਿੱਖਿਆ ਤੈਨੂੰ ਮਿਲ ਰਹੀ ਹੈ, ਤੇ ਦੇਰੀ ਨਾ ਕਰੀ, ਉਸ ਸਿੱਖਿਆ ਨੂੰ ਗ੍ਰਹਿਣ ਕਰਕੇ ਆਪਣੇ ਜੀਵਨ ਦੇ ਵਿੱਚ ਬਹੁਤ ਜਲਦੀ ਲਾਗੂ ਕਰ ਲੈ, ਬੜੀ ਜਲਦੀ ਅਪਣਾਉਣ ਦਾ ਯਤਨ ਕਰੀ। ਤੇ ਇੱਥੇ ਵੀ ਸਤਿਗੁਰੂ ਨੇ ਇਹ ਗੱਲ ਕੀਤੀ, ਕਹਿਣ ਲੱਗੇ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਹੁਣ ਇੱਥੇ ਭਾਵਾਂ ਕਿ ਉਹਨਾਂ ਨੇ ਇੱਕ ਨਦੀ ਦੀ ਉਦਾਹਰਨ ਦਿੱਤੀ ਹੈ। ਨਦੀ ਦਾ ਪਾਣੀ ਪਹਾੜਾਂ ਤੋਂ ਵਹਿਣਾ ਸ਼ੁਰੂ ਹੁੰਦੇ ਤੇ ਲਗਾਤਾਰ ਵਹਿੰਦਾ ਜਾਂਦੇ, ਤੁਰਦਾ ਜਾਂਦੇ ਤੇ ਜਾ ਕੇ ਸਮੁੰਦਰ ਦੇ ਵਿੱਚ ਮਿਲ ਜਾਂਦਾ ਹੈ। ਬੜੀ ਕਮਾਲ ਦੀ ਉਦਾਹਰਨ ਹੈ। ਪਹਾੜਾਂ ਤੋਂ ਨਦੀ ਸ਼ੁਰੂ ਹੋਈ, ਪਾਣੀ ਰੁਕਦਾ ਨਹੀਂ, ਲਗਾਤਾਰ ਵੇਗ ਦੇ ਨਾਲ ਤੁਰਦਾ ਰਹਿੰਦੇ, ਵਹਿੰਦਾ ਜਾਂਦਾ, ਸਮੁੰਦਰ ਦੇ ਵਿੱਚ ਜਾ ਕੇ ਮਿਲ ਜਾਂਦੇ। ਬਿਲਕੁਲ ਇਹੀ ਹਾਲਾਤ ਸਾਡੀ ਉਮਰ ਦੇ ਨੇ। ਜੋ ਸਾਨੂੰ ਸਮਾਂ ਮਿਲਿਆ, ਜੋ ਸਾਨੂੰ ਉਮਰ ਮਿਲੀ ਹੈ, ਉਹ ਲਗਾਤਾਰ ਬਤੀਤ ਹੋ ਰਹੀ ਹੈ, ਰੁਕੇਗੀ ਨਹੀਂ। ਇਸ ਨੂੰ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਰੋਕ ਨਹੀਂ ਸਕਦੇ ਕਿ ਥੋੜਾ ਜਿਹਾ ਜੀਵਨ ਦੇ ਅੰਦਰ ਬ੍ਰੇਕ ਦੇ ਦਿੱਤਾ ਜਾਵੇ ਤੇ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਉਮਰ ਲੰਮੀ ਹੋ ਜਾਵੇਗੀ। ਇਦਾਂ ਕਦੇ ਨਹੀਂ ਹੁੰਦਾ। ਬ੍ਰੇਕ ਨਹੀਂ ਦਿੱਤਾ ਜਾ ਸਕਦਾ, ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਇਹ ਲਗਾਤਾਰ ਉਮਰ ਘਟਦੀ ਜਾਂਦੀ ਹੈ, ਲਗਾਤਾਰ ਜ਼ਿੰਦਗੀ ਦਾ ਸਮਾਂ ਬਤੀਤ ਹੁੰਦਾ ਜਾਂਦਾ ਹੈ। ਕਹਿਣ ਲੱਗੇ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਫਿਰ ਅੱਗੇ ਕਿਆ, ਮਿਥਿਆ ਮੋਹ ਬੰਦੇ ਨਿਤ ਪਾਰ, ਪਰ ਬਦ ਕਿਸਮਤੀ ਹੈ ਇੱਕ ਬੰਨੇ ਸਮਾਂ ਲੰਘਦਾ ਜਾ ਰਹੇ, ਬੰਦੇ ਨੂੰ ਕੋਈ ਫਿਕਰ ਹੀ ਨਹੀਂ, ਚਿੰਤਾ ਹੀ ਨਹੀਂ, ਪਰਤ ਪਰਤ ਕੇ ਝੂਠੇ ਪਦਾਰਥਾਂ ਦੇ ਬੰਧਨਾਂ ਦੇ ਵਿੱਚ ਹੀ ਵੱਜਾ ਰਹਿੰਦੇ। ਮੋਹ ਮਾਇਆ ਦੀ ਫਾਹੀ ਜੀਵਨ ਦੇ ਅੰਦਰ ਪਈ ਰਹਿੰਦੀ ਹੈ। ਕਦੇ ਸੁਚੇਤ ਹੋ ਕੇ ਬੰਦੇ ਨੇ ਕਰਮ ਕਰਨ ਦਾ ਯਤਨ ਹੀ ਨਹੀਂ ਕੀਤਾ, ਕਦੇ ਆਪਣੇ ਜੀਵਨ ਨੂੰ ਸਫਲਤਾ ਵਾਲੇ ਪਾਸੇ ਲਿਜਾਣ ਦਾ ਯਤਨ ਹੀ ਨਹੀਂ ਕੀਤਾ। ਭਗਤ ਕਬੀਰ ਸਾਹਿਬ ਦਾ ਇੱਕ ਸ਼ਬਦ ਇੱਥੇ ਚੇਤੇ ਆ ਗਿਆ। ਭਗਤ ਕਬੀਰ ਸਾਹਿਬ ਨੇ ਬਹੁਤ ਕਮਾਲ ਦੀ ਗੱਲ ਕੀਤੀ। ਕਹਿਣ ਲੱਗੇ ਕਿ ਦੁਨੀਆ ਦੇ ਲੋਕੋ, ਕਿੱਥੇ ਆਪਣੇ ਜੀਵਨ ਦੇ ਅੰਦਰ ਭਟਕਦੇ ਫਿਰਦੇ ਹੋ, ਗੁਰੂ ਅਤੇ ਪਰਮੇਸ਼ਰ ਦੇ ਦਰ ਦਾ ਪੱਲਾ ਪਕੜ ਲਵੋ, ਮਿਲਿਆ ਹੋਇਆ ਸਮਾਂ ਸਫਲ ਹੋਵੇਗਾ, ਮੰਜ਼ਿਲ ਤੁਹਾਨੂੰ ਮਿਲ ਜਾਵੇਗੀ। ਉਹਨਾਂ ਦੇ ਬੜੇ ਕਮਾਲ ਦੇ ਬੋਲ ਹੈ। ਉਹ ਕਹਿਣ ਲੱਗੇ, ਜੀਵਨ ਦੇ ਅੰਦਰ ਗੁਰ ਸੇਵਾ ਤੇ ਭਗਤ ਕਮਾਈ, ਤਬ ਹੀ ਮਾਨਸ ਦੇਹੀ ਪਾਈ। ਗੁਰੂ ਦੀ ਸੇਵਾ ਭਾਵ ਕਿ ਗੁਰੂ ਦੀ ਸਿੱਖਿਆ ਨੂੰ ਜੀਵਨ ਦੇ ਅੰਦਰ ਟਿਕਾ ਕੇ ਰੱਬ ਦੀ ਭਗਤੀ ਕਰਨ ਵਾਸਤੇ ਇਹ ਮਨੁੱਖਾ ਜਨਮ ਮਿਲਿਆ ਹੈ। ਗੱਲ ਸਪਸ਼ਟ ਹੋ ਗਈ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਅਪਖੰਡ, ਅਕਰਮ ਕਾਂਡ, ਅਵਹਿਮ ਭਰਮ, ਆ ਹੋਰ ਗੱਲਾਂ ਜਿਹੜੀਆਂ ਆਪਣੇ ਜੀਵਨ ਦੇ ਅੰਦਰ ਤੂੰ ਕਰ ਰਿਹਾ, ਕਿਸੇ ਕੰਮ ਨਹੀਂ ਆਉਣੀਆਂ। ਅਵਰ ਕਾਜ ਤੇਰੇ ਕਿਤੇ ਨਾ ਕਾਮ,
ਫਿਰ ਕਹਿ ਦਿੱਤਾ ਜੀਵਨ ਦੇ ਅੰਦਰ ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਰੱਬ ਦੀ ਇਬਾਦਤ ਕਰ ਲਿਆ ਕਰ, ਚੰਗੇ ਪਾਸੇ ਸਫ਼ਰ, ਚੰਗੀ ਸਿੱਖਿਆ ਜੀਵਨ ਦੇ ਅੰਦਰ ਕਮਾਉਣ ਦਾ ਯਤਨ ਕਰ। ਕਹਿਣ ਲੱਗੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਆ ਜਿਹੜਾ ਮਨੁੱਖਾ ਸਰੀਰ ਹੈ, ਇਸ ਨੂੰ ਦੇਵਤੇ ਲੋਚਦੇ ਆ, ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ। ਉਹ ਕਹਿੰਦੇ ਆ ਇਸ ਤੋਂ ਉੱਤਮ ਕੋਈ ਚੀਜ਼ ਨਹੀਂ, ਇਹ ਬੜਾ ਅਮੋਲਕ ਹੈ। ਪਰ ਜਿਨ੍ਹਾਂ ਨੂੰ ਸਮਝ ਨਹੀਂ, ਬੇਸਮਝੀ ਦੇ ਵਿੱਚ ਜੀਵਨ ਬਤੀਤ ਕਰਦੇ ਆ, ਉਹ ਆਪਣੇ ਇਸ ਉੱਤਮ ਪਦਾਰਥ ਨੂੰ ਵੀ, ਆਪਣੇ ਇਸ ਹੀਰੇ ਵਰਗੇ ਮਨੁੱਖਾ ਜਨਮ ਨੂੰ ਵੀ ਕੌਡੀਆਂ ਦੇ ਭਾਈ ਰੋਲ ਦਿੰਦੇ ਆ। ਜਿਹਨੂੰ ਸਤਿਗੁਰੂ ਦੀ ਪਾਵਨ ਬਾਣੀ ਨੇ ਇਦਾਂ ਵੀ ਬਿਆਨ ਕੀਤਾ, ਹੀਰੇ ਜੈਸਾ ਜਨਮ। ਹਾਲਾਂਕਿ ਪੰਗਤੀ ਦੀ ਸ਼ੁਰੂਆਤ ਹੈ, ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜਨਮ ਹੀਰੇ ਵਰਗਾ, ਪਰ ਕੌਡੀਆਂ ਦੇ ਭਾਅ ਹੀ ਬਤੀਤ ਹੋ ਰਿਹਾ, ਚੱਲਿਆ ਜਾ ਰਿਹਾ ਹੈ। ਇਸ ਦੇਹੀ ਕੋ ਸਿਮਰਹਿ ਦੇਵ, ਕਿਉਂਕਿ ਸੋ ਦੇਹੀ ਭਜ ਹਰ ਕੀ ਸੇਵ। ਇਸ ਮਨੁੱਖਾ ਜਨਮ ਦੇ ਅੰਦਰ ਰਹਿ ਕੇ ਚੰਗੇ ਕਰਮ ਕੀਤੇ ਜਾ ਸਕਦੇ, ਰੱਬ ਦੇ ਗੁਣਾਂ ਦੀ ਗੱਲ ਕੀਤੀ ਜਾ ਸਕਦੀ, ਰੱਬੀ ਵਿਚਾਰ ਜੀਵਨ ਦੇ ਅੰਦਰ ਟਿਕ ਸਕਦੀ, ਉਹਦੇ ਨਿਯਮ ਨੂੰ ਸਮਝਿਆ ਜਾ ਸਕਦਾ ਹੈ, ਉਹਦੀ ਮਰਿਆਦਾ ਜੀਵਨ ਦੇ ਅੰਦਰ ਟਿਕਾਈ ਜਾ ਸਕਦੀ ਹੈ, ਉਸ ਮੁਤਾਬਕ ਜੀਵਨ ਨੂੰ ਢਾਲਿਆ ਜਾ ਸਕਦਾ ਹੈ। ਕਿਉਂਕਿ ਸਮਝ ਹੈ, ਸਿਆਣਪ ਹੈ ਇਨਸਾਨ ਦੇ ਕੋਲ, ਪਰ ਇਨਸਾਨ ਇਸ ਸਿਆਣਪ ਦੀ ਵਰਤੋਂ ਨਹੀਂ ਕਰਦਾ, ਬਹੁਤੀ ਜ਼ਿਆਦੀ ਇਹਦੀ ਦੁਰਵਰਤੋਂ ਹੀ ਕਰਦਾ ਹੈ। ਜਿਹੜੀ ਸਿਆਣਪ ਮਨੁੱਖ ਨੂੰ ਮਾਲਕ ਨੇ ਦਿੱਤੀ ਹੈ ਨਾ, ਇਹਦੀ ਸਹੀ ਵਰਤੋਂ ਹੋਣੀ ਚਾਹੀਦੀ, ਪਰ ਮਨੁੱਖ ਵੱਲੋਂ ਸਹੀ ਵਰਤੋਂ ਘੱਟ ਕੀਤੀ ਜਾਂਦੀ ਹੈ, ਇਹਦੀ ਦੁਰਵਰਤੋਂ ਵੱਧ ਕੀਤੀ ਜਾਂਦੀ ਹੈ। ਗਲਤ ਬੰਨੇ, ਗਲਤ ਖਿਆਲ ਆਪਣੀ ਸਿਆਣਪ ਦੇ ਨਾਲ ਜੀਵਨ ਦੇ ਅੰਦਰ ਪੈਦਾ ਕਰਦੇ, ਆਪ ਵੀ ਬਰਬਾਦ ਹੁੰਦੇ, ਲੋਕਾਂ ਨੂੰ ਵੀ ਬਰਬਾਦ ਕਰਦੇ, ਆਪ ਵੀ ਖਵਾਰ ਹੁੰਦੇ, ਲੋਕਾਂ ਨੂੰ ਵੀ ਗਲਤ ਪਾਸੇ ਤੁਰਨ ਦੀ ਪ੍ਰੇਰਨਾ ਦਿੰਦਾ ਹੈ। ਨਾ ਆਪਣਾ ਭਲਾ, ਨਾ ਲੋਕਾਂ ਦਾ ਭਲਾ। ਹਮੇਸ਼ਾ ਜਿਹਨੂੰ ਸਤਿਗੁਰੂ ਨੇ ਆਖਿਆ ਬੁਰੇ ਕਾਮ ਕੋ, ਸਿਆਣਪ ਦੀ ਵਰਤੋਂ ਨਾ ਬੁਰੇ ਕੰਮ ਵਾਸਤੇ ਵੱਧ ਹੁੰਦੀ ਹੈ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਅਵਸਰ ਆਪਣਾ ਬੁਝੇ ਨਾ ਇਆਨਾ, ਮਾਇਆ ਮੋਹ ਰੰਗ ਲਪਟਾਨਾ। ਇਹ ਹਾਲਾਤ ਬਣ ਚੁੱਕੇ ਆ। ਸੋ ਦੇਹੀ ਭਜ ਹਰ ਕੀ ਸੇਵਕਿਆ, ਭਜੋ ਗੋਬਿੰਦ ਭੂਲ ਮਤ ਜਾਹੋ, ਭੁੱਲੇ ਪਏ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਗੋਬਿੰਦ ਮਾਲਕ ਨੂੰ ਚੇਤੇ ਕਰਿਆ ਕਰੋ, ਕਿਤੇ ਭੁੱਲ ਨਾ ਜਾਇਓ। ਪਰ ਮਨੁੱਖ ਭੁੱਲਿਆ ਹੋਏ। ਮਾਨਸ ਜਨਮ ਕਾ ਇਹੀ ਲਾਹੋ, ਮਨੁੱਖਾ ਜਨਮ ਦਾ ਇਹੀ ਲਾਹ ਹੈ ਕਿ ਜੀਵਨ ਦੇ ਅੰਦਰ ਰੱਬ ਨੂੰ ਚੇਤੇ ਕੀਤਾ ਜਾਵੇ, ਆਪਣੇ ਜੀਵਨ ਨੂੰ ਖੂਬਸੂਰਤ ਬਣਾਇਆ ਜਾਵੇ, ਗੁਣਾਂ ਦੇ ਨਾਲ ਸ਼ਿੰਗਾਰਿਆ ਜਾਵੇ। ਕਹਿਣ ਲੱਗੇ ਜਬ ਲਗ ਜਰਾ ਰੋਗ ਨਹੀਂ ਆਇਆ, ਕਿੰਨੀ ਦੇਰ ਤੱਕ ਚੇਤੇ ਕਰਨਾ ਹੈ, ਜਿੰਨੀ ਦੇਰ ਤੱਕ ਬੁਢੇਪੇ ਦਾ ਰੋਗ ਨਹੀਂ ਆਉਂਦਾ। ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਹੁਣ ਬੰਦਾ ਸਾਰੀ ਜ਼ਿੰਦਗੀ ਸਮਝ ਵਾਲੀ ਗੱਲ ਜੀਵਨ ਦੇ ਅੰਦਰ ਨਹੀਂ ਟਿਕਾਉਂਦਾ, ਕਹਿ ਛੱਡਦੇ ਆ ਜਿਹੜਾ ਧਰਮ ਦਾ ਕਰਮ ਹੈ ਜਾਂ ਚੰਗੇ ਕਰਮ ਹੈ, ਬੁਢੇਪੇ ਦੇ ਵਿੱਚ ਜਾ ਕੇ ਕਰ ਲੈਣੇ ਚਾਹੀਦੇ। ਸਾਰੀ ਜ਼ਿੰਦਗੀ ਐਸ਼ੋ ਆਰਾਮ ਕਰਨਾ ਚਾਹੀਦਾ। ਪਰ ਸਤਿਗੁਰੂ ਕਹਿੰਦੇ ਆ, ਜਿਹਨੇ ਜਵਾਨੀ ਦੇ ਵਿੱਚ ਚੰਗੇ ਪਾਸੇ ਕਦਮ ਨਹੀਂ ਪੁੱਟਿਆ, ਉਹ ਬੁਢੇਪੇ ਦੇ ਵਿੱਚ ਪੁੱਟ ਹੀ ਨਹੀਂ ਸਕੇਗਾ, ਉਦੋਂ ਸਮਰੱਥਾ ਹੀ ਨਹੀਂ ਹੋਵੇਗੀ। ਜਵਾਨੀ ਬਰਬਾਦ ਕਰ ਲਈ, ਬੁਢੇਪਾ ਆਪਣੇ ਆਪ ਬਰਬਾਦ ਹੋ ਜਾਵੇਗਾ। ਜੇਕਰ ਜਵਾਨੀ ਆਬਾਦ ਕਰੇਗਾ ਨਾ, ਬੁਢੇਪਾ ਵੀ ਆਬਾਦ ਰਹੇਗਾ। ਜਵਾਨੀ ਦੇ ਵਿੱਚ ਚੰਗੇ ਪਾਸੇ ਤੁਰਿਆ ਹੋਏਗਾ,
ਆਪਣੇ ਜੀਵਨ ਦੀ ਸਫਲਤਾ ਨੂੰ ਮੁੱਖ ਰੱਖਦਿਆਂ ਹੋਇਆਂ ਕਰਮ ਕੀਤੇ ਹੋਣਗੇ ਤੇ ਬੁਢਾਪਾ ਵੀ ਸਬਰ ਜਾਵੇਗਾ। ਜਵਾਨੀ ਦੇ ਵਿੱਚ ਪਾਪ ਕਰਦਾ ਰਿਹਾ ਤੇ ਬੁਢਾਪੇ ਦੇ ਵਿੱਚ ਉਹਨਾਂ ਪਾਪਾਂ ਨੂੰ ਚੇਤੇ ਕਰ ਕਰ ਝੂਰਦਾ ਰਵੇਂਗਾ, ਡਰਦਾ ਰਵੇਂਗਾ। ਇਹ ਹੁੰਦੇ ਦੁਨੀਆ ਦੇ ਅੰਦਰ ਕਈ ਬੰਦੇ ਤੁਸੀਂ ਦੇਖੇ ਹੋਣਗੇ ਜਿਹੜੇ ਜਵਾਨੀ ਦੇ ਵਿੱਚ ਰੱਜ ਕੇ ਪਾਪ ਕਰਮ ਕਰਦੇ ਆ, ਜਦੋਂ ਬੁਢੇਪਾ ਆਉਂਦੇ ਉਹਨਾਂ ਦੇ ਹੱਥਾਂ ਪੈਰਾਂ ਭਾਵ ਕਿ ਸਰੀਰ ਦੇ ਵਿੱਚ ਉਹ ਤਾਕਤ ਨਹੀਂ ਰਹਿੰਦੀ। ਹੁਣ ਅੱਜ ਬੁਢੇਪਾ ਆ ਗਿਆ, ਅੱਜ ਗਲਤ ਕਰਮ ਤਾਂ ਕਰ ਨਹੀਂ ਸਕਦੇ, ਆਪਣੇ ਅੰਦਰ ਹੀ ਝੂਰਦੇ ਰਹਿੰਦੇ ਆ ਕਿ ਅਸੀਂ ਸਾਰੀ ਜ਼ਿੰਦਗੀ ਮਾੜਾ ਕਰਦੇ ਰਹੇ, ਪਰ ਮਾੜਾ ਕਰਕੇ ਖੱਟਿਆ ਕੀ ਹੈ? ਆਪਣਾ ਸਮਾਂ ਬਰਬਾਦ ਕੀਤਾ, ਐਸ਼ੋ ਆਰਾਮ ਦੇ ਵਿੱਚ ਕੀ ਖੱਟੇ, ਪਤਾ ਹੀ ਨਹੀਂ ਲੱਗਿਆ ਕਦੋਂ ਜਵਾਨੀ ਤੋਂ ਬੁਢੇਪੇ ਦੀ ਦਹਲੀਜ਼ ਤੱਕ ਪਹੁੰਚ ਗਏ। ਬੁਢੇਪਾ ਹਾਵੀ ਹੁੰਦੇ ਮੌਤ ਦੀ ਦਹਲੀਜ਼ ਤੱਕ ਬੰਦਾ ਪਹੁੰਚ ਜਾਂਦੇ, ਪਤਾ ਹੀ ਨਹੀਂ ਲੱਗਦਾ। ਪਤਾ ਤਾਂ ਨਹੀਂ ਲੱਗਦਾ ਕਿ ਬੇਸਮਝੀ ਦੇ ਵਿੱਚ ਹੀ, ਸੁੱਤਿਆਂ ਹੋਇਆਂ ਹੀ, ਗਾਫਲਤਾ ਦੀ ਗੂੜੀ ਨੀਂਦ ਦੇ ਵਿੱਚ ਹੀ ਸਾਰਾ ਜੀਵਨ ਚਲਾ ਜਾਂਦੇ। ਕਦੋਂ ਜ਼ਿੰਦਗੀ ਰੂਪੀ ਰਾਤ ਮੁੱਕ ਜਾਂਦੀ ਹੈ, ਪ੍ਰਭਾਤ ਹੋ ਜਾਂਦੀ ਹੈ, ਇਨਸਾਨ ਨੂੰ ਪਤਾ ਹੀ ਨਹੀਂ ਲੱਗਦਾ। कहने लगे जब लग जरा रोग नहीं आया, जब लग काल ग्रसी नहीं काया, जब लग बिकल भई नहीं बानी, जिन्नी देर तक बुढ़ेपा नहीं आउंदा। पहला पहला समा साम ਜਦੋਂ ਤੱਕ ਇਹ ਤੇਰਾ ਸਰੀਰ ਜਰਜਰਾ ਹੋਣ ਵਾਲੇ ਪਾਸੇ ਨੂੰ ਤੁਰਦਾ ਨਹੀਂ, ਉਸ ਤੋਂ ਪਹਿਲਾਂ ਜਿੰਨੀ ਦੇਰ ਤੱਕ ਤੇਰੇ ਬੋਲ ਚੰਗੇ ਹੈ, ਚੰਗਾ ਖੱਟ ਲੈ, ਮਿੱਠਾ ਬੋਲ ਲੈ। ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਭਈ ਨਹੀਂ ਬਾਨੀ ਦਾ ਅਰਥ ਹੈ ਕਿ ਜਿੰਨੀ ਦੇਰ ਤੱਕ ਤੇਰੇ ਬੋਲ ਬਿਲਕੁਲ ਸਾਫ ਸੁਥਰੇ ਨੇ, ਜਦੋਂ ਬੁਢੇਪਾ ਆਉਂਦੇ ਉਦੋਂ ਬੰਦੇ ਦੇ ਬੋਲ ਵੀ ਲੜ ਖਣਾਉਣ ਲੱਗ ਪੈਂਦੇ, ਚੱਜ ਦੇ ਨਾਲ ਬੰਦੇ ਤੋਂ ਬੋਲਿਆ ਵੀ ਨਹੀਂ ਜਾਂਦਾ। ਕਿਉਂਕਿ ਜਿੱਥੇ ਸਰੀਰ ਦੀ ਸੱਤਾ ਘਟਦੀ ਹੈ ਤੇ ਸਾਰਾ ਕੁਝ, ਕੰਨਾਂ ਦੀ ਸਰੋਤ ਵੀ ਘਟਦੀ ਹੈ, ਅੱਖਾਂ ਦੀ ਜੋਤ ਵੀ ਘਟਦੀ ਹੈ, ਮੁਖ ਦੀ ਜਿਹੜੀ ਜੇਬਾ ਦੀ ਜਿਹੜੇ ਬੋਲ ਨੇ ਉਹ ਵੀ ਸਿੱਧੇ ਨਹੀਂ ਰਹਿੰਦੇ, ਉਹ ਵੀ ਘਟ ਜਾਂਦੇ ਆ। ਉਹ ਵੀ ਫਿਰ ਬੰਦਾ ਬੋਲਦਾ ਕੁਝ ਹੈ ਤੇ ਜ਼ੁਬਾਨ ਤੋਂ ਨਿਕਲਦਾ ਕੁਝ ਹੈ। ਜਬ ਲਗ ਬਿਕਲ ਭਈ ਨਹੀਂ ਪਾਨੀ, ਭਜ ਲੈ ਰੇ ਮਨ ਸਾਰੰਗ ਪਾਨੀ। ਕਹਿਣ ਲੱਗੇ ਜਿਹੜਾ ਮਾਲਕ ਸਾਰਿਆਂ ਦੀ ਪ੍ਰਤਪਾਲਣਾ ਕਰ ਰਹੇ ਉਹਨੂੰ ਚੇਤੇ ਕਰ। ਫਿਰ ਨਾਲ ਹੀ ਕਹਿ ਦਿੱਤਾ ਅਬ ਨਾ ਭਜਸ ਕਾ ਭਾਈ ਆਵੇ ਅੰਤ ਨਾ ਭਜਿਆ ਜਾਈ। ਅਜੇ ਵੀ ਚੇਤੇ ਨਹੀਂ ਕਰ ਰਿਹਾ ਤੇ ਕਦੋਂ ਕਰੇਗਾ? ਜਦੋਂ ਅੰਤ ਸਮਾਂ ਆ ਗਿਆ ਉਦੋਂ ਚੇਤੇ ਹੀ ਨਹੀਂ ਕੀਤਾ ਜਾਣਾ। ਸਤਿਗੁਰੂ ਨੇ ਆਖਿਆ ਮਤਾਂ ਕਿਤੇ ਭੁਲੇਖੇ ਦੇ ਵਿੱਚ ਰਹਿ ਕੇ ਸਾਰਾ ਜੀਵਨ ਬਤੀਤ ਕਰਦੇ, ਆਪਣੇ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕਰ। ਕਹਿ ਦਿੱਤਾ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਦੇ ਨਿਤ ਪਾਰ। ਪਰ ਬਦਕਿਸਮਤੀ ਹੈ, ਝੂਠੇ ਪਦਾਰਥਾਂ ਮਾਇਆ ਦੇ ਮੋਹ ਦੀ ਫਾਹੀ ਦੇ ਵਿੱਚ ਬੰਦਾ ਇਸ ਕਦਰ ਫਸਿਆ ਹੋਇਆ ਨਿਕਲ ਹੀ ਨਹੀਂ ਪਾ ਰਿਹਾ। ਫਿਰ ਅੱਗੇ ਸਤਿਗੁਰੂ ਕਹਿੰਦੇ ਆ ਕਰਤ ਵਿਕਾਰ ਦੋ ਕਰ ਝਾਰਤ, ਸਾਰੀ ਜ਼ਿੰਦਗੀ ਵਿਕਾਰ ਹੀ ਕਮਾਉਂਦਾ ਰਿਹਾ। ਦੋ ਕਰ ਝਾਰਤ, ਜੇ ਚੰਗੇ ਪਾਸੇ ਨੂੰ ਕਹੋ ਤੇ ਬੰਦਾ ਹੱਥ ਝਾੜ ਦਿੰਦਾ ਹੈ। ਦੋ ਕਰ ਝਾਰਤ ਰਾਮ ਰਤਨ ਰਿਦ ਤਿਲ ਨਹੀਂ ਧਾਰਤ, ਪਰਮਾਤਮਾ ਦਾ ਕੀਮਤੀ ਨਾਮ ਰੂਪੀ ਰਤਨ, ਉਹਦੀ ਚੰਗੀ ਸਿੱਖਿਆ ਜੀਵਨ ਨੂੰ ਸਫਲ ਕਰਨ ਵਾਲੀ ਜਿਹੜੀ ਹੈ ਉਹ ਕਦੇ ਇੱਕ ਤਿਲ ਜਿੰਨੇ ਸਮੇਂ ਵਾਸਤੇ ਵੀ ਹਿਰਦੇ ਦੇ ਅੰਦਰ ਟਿਕਾਈ ਨਹੀਂ। ਫਿਰ ਅੱਗੇ ਕਿਹਾ ਭਰਨ ਭੋਖਣ ਸੰਗ ਔਧ ਵਿਹਾਣੀ, ਖਾਣ ਪੀਣ ਇਹਨਾਂ ਚੱਕਰਾਂ ਦੇ ਵਿੱਚ ਹੀ ਸਾਰੀ ਉਮਰ ਬਤੀਤ ਕਰ ਦਿੱਤੀ। ਹੁਣ ਬੰਦੇ ਦਾ ਬਹੁਤਾ ਜ਼ਿਆਦਾ ਟਾਈਮ, ਹਾਲਾਂਕਿ ਇਨਸਾਨ ਚੰਗਾ ਸਾਦਾ ਲਿਬਾਸ ਪਹਿਨੇ, ਚੰਗਾ ਸਾਦਾ ਖਾਵੇ, ਬਾਕੀ ਦਾ ਜਿਹੜਾ ਸਮਾਂ ਹੈ ਉਹ ਚੰਗੇ ਪਾਸੇ ਸੋਹਣੇ ਸਮਾਜ ਦੀ ਸਿਰਜਣਾ ਵਾਸਤੇ ਲਾਵੇ, ਆਪਣੇ ਆਪ ਨੂੰ ਗੁਣਾਂ ਦੇ ਨਾਲ ਸ਼ਿੰਗਾਰਨ ਵਾਸਤੇ ਲਾਵੇ, ਕੋਈ ਚੰਗਾ ਪੜ੍ਹੇ, ਚੰਗਾ ਸੁਣੇ। ਪਰ ਇੱਥੇ ਪੂਰਾ ਦਿਨ ਖਾਣ ਪੀਣ ਤੇ ਪਹਿਨਣ ਦੇ ਵਿੱਚ ਹੀ ਨਿਕਲ ਜਾਂਦਾ ਹੈ।
इदां दुनिया दे विच भागां वाले हो रहा है। सवेर तो लैके शाम तक खाण ते पहनण दी चिंता है, होर किसे गल दा फिकर नहीं, होर किसे गल दी समझ नहीं। मैं की पावांगा मेरे कोल पाउण वास्ते, हालांकि घर रखण नूं थां नहीं हुंदी, फिर भी बंदा कहंदे मेरे कोल पाउण वास्ते है ही कुछ नहीं। हुण दूजे बन्ने जदों खाण दी गल आउंदी है, इन्ना कुछ खांदे फिर भी कहंदे मैं खाधा ही की है, मैं कोई अजे स्वाद ही नहीं माणे। 36 प्रकार के भोजन नित खांदा है, फिर भी कहंदे मैं अजे खाधा ही की है, जे स्वाद ही की माणे। भाव की कहण तो मुराद सारा दिन खाण ते पहनण दे विच ही बतीत हो रहा, होर किसे काम वास्ते चज दे काम अपने जीवन नूं सवारन वास्ते टाइम ही कोई नहीं। चंगा करन वास्ते, चंगा पढ़न, चंगा सुनन, अपने जीवन नूं बेहतर बनाउण वास्ते टाइम बंदे कोल है ही नहीं। इस करके क्या भरण भोखण संग औध विहाणी, इदां ही खाण ते पहनण सारी जिंदगी यही नहीं बंदे दा मुकदा, उम्र बतीत हो जाती है। जय जगदीश की गत नहीं जानी, कहण लगे जगदीश परमात्मा अकाल पुरख जिहड़ा हमेशा है, ओदी कदे गत ओदी समझ जीवन दे अंदर टिकाई ही नहीं। अखीर वाले बांदे सतगुरु सच्चे पातशाह जी कहंदे आ, शरण समरथ अगोचर स्वामी, उधर नानक प्रभ अंतर जामी। जिहड़ा मालिक बेअंत है, ज्ञान इंद्रियां दी पहुंच तो परे है, जिहड़ा समर्था दा मालिक है, ओदी शरण दे विच टिक जा, की होवेगा उधर नानक प्रभ अंतर जामी। तुम ही अपने जीवन दे अंदर उधर भाव की भवजल तो पार उतारा तेरा हो जाएगा, तर जाएगा, भाव की जीवन सफल हो जाएगा, सोना बनेगा, खूबसूरती तेरी जिंदगी दे अंदर टिकेगी। लोग भी कहणगे बड़े कमाल दा इसदा जीवन है। सतगुरु कृपा कर जीवन दे अंदर समझ आवे, भला हो सके। विचारा करदियां बेअंत भुलां गलतियां होईयां ने, गुरु अते गुरु की संगत बख्शण योग बख्शदियां होईयां प्रवान जी फतेह। वाहिगुरू जी का खालसा, वाहिगुरू जी की फतेह।